पंजाबी हैशटैग टीवी देख रहे दर्शकों ਨੂੰ ਹਰਪ੍ਰੀਤ ਸਿੰਘ ਵੱਲੋਂ ਟੀਨ ਟਾਕ ਵਿਦ ਤਲਵੀਰ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆ। ਸਤਿ ਸ੍ਰੀ ਅਕਾਲ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਤਲਵੀਰ ਵੱਖ-ਵੱਖ ਵਿਸ਼ੇ ਉਹਨਾਂ ਤੇ ਆਪਣੀ ਪ੍ਰਤੀਕਿਰਿਆ ਦਿੰਦੀ ਆ। ਯੂਥ ਕੀ ਸੋਚਦਾ ਵਾ, ਜ਼ਿਆਦਾਤਰ ਸਾਡੀਆਂ ਗੱਲਾਂ ਦਾ ਕੇਂਦਰ ਬਿੰਦੂ ਉਹੀ ਹੁੰਦਾ ਵਾ ਕਿ ਯੂਥ ਦੇ ਵਿੱਚ ਜੋ ਕੁਝ ਆਲੇ ਦੁਆਲੇ ਵਾਪਰ ਰਿਹਾ ਵਾ ਉਹ ਕਿਵੇਂ ਸੋਚਦਾ ਵਾ, ਯੂਥ ਦੀਆਂ ਕੀ ਮੁਸ਼ਕਿਲਾਂ ਨੇ। ਪਰ ਅੱਜ ਜਿਹੜਾ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ ਉਹ ਯੂਥ ਦੇ ਵਿੱਚ ਉਸ ਵਿਸ਼ੇ ਦਾ ਕਿਵੇਂ ਦਾ ਅਸਰ ਆ, ਕਿੰਨਾ ਅਸਰ ਆ, ਉਹ ਵਿਸ਼ਾ ਵਾ ਇੰਡੀਆ ਦੇ ਵਿੱਚ ਫਾਰਮਰਸ ਦੀ ਜੋ ਐਜੀਟੇਸ਼ਨ ਚੱਲ ਰਹੀ ਆ, ਆਪਣੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਿਲਾਂ ਵਾ ਉਹਨਾਂ ਨੂੰ ਲੈ ਕੇ, ਆਪਣੇ ਹੱਕਾਂ ਨੂੰ ਲੈ ਕੇ। ਉਹਦੇ ਬਾਰੇ ਕੈਨੇਡਾ ਦੇ ਵਿੱਚ ਬੈਠੇ ਯੂਥ ਕੀ ਸੋਚਦੇ ਨੇ। ਬਿਨਾਂ ਸ਼ੱਕ ਤਲਵੀਰ ਸਾਡੀ ਆਪਣੀ ਬੱਚੀ ਆ, ਪੰਜਾਬੀ ਆ, ਪਰ ਜਿਹੜੇ ਸਕੂਲ ਦੇ ਵਿੱਚ ਤਲਵੀਰ ਪੜ੍ਹਦੀ ਆ ਉਹਦੇ ਵਿੱਚ ਬਾਕੀ ਵਰਗਾਂ ਦੇ ਲੋਕ ਜਿਹੜੇ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਆਏ, ਵੱਖ-ਵੱਖ ਕਲਚਰਾਂ ਵਾਲੇ, ਜਿਵੇਂ ਕਿ ਤੁਹਾਨੂੰ ਪਤਾ ਕਿ ਕੈਨੇਡਾ ਮਲਟੀ ਲੈਂਗੁਅਲ ਅਤੇ ਮਲਟੀ ਕਲਚਰਲ ਕੰਟਰੀ ਦੇ ਵਜੋਂ ਦੁਨੀਆ ਦੇ ਵਿੱਚ ਮਸ਼ਹੂਰ ਆ। ਅੱਜ ਗੱਲਬਾਤ ਕਰਾਂਗੇ ਤਲਵੀਰ ਦੇ ਨਾਲ ਕਿ ਫਾਰਮਰ ਐਜੀਟੇਸ਼ਨ ਨੂੰ ਲੈ ਕੇ ਇਹਦੀ ਕਲਾਸ ਦੇ ਲੋਕ ਅਤੇ ਇਹਦੇ ਸਕੂਲ ਦੇ ਵਿੱਚ ਜਿਹੜੇ ਇਹਦੇ ਹਮ ਉਮਰ ਆ ਉਹ ਕਿਵੇਂ ਦੀ ਨਜ਼ਰੀਆ ਵਾ ਉਹਨਾਂ ਦਾ, ਕਿਵੇਂ ਦੀ ਉਹਨਾਂ ਦੀ ਪ੍ਰਤੀਕਿਰਿਆ ਵਾ ਔਰ ਕੀ ਸੋਚਦੇ ਨੇ। ਤਲਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਤਲਵੀਰ, ਇੰਡੀਆ ਦੇ ਵਿੱਚ ਫਾਰਮਰ ਐਜੀਟੇਸ਼ਨ ਚੱਲ ਰਹੀ ਆ, ਤੇਰਾ ਤਾਂ ਸੁਭਾਵਕ ਆ ਕਿ ਪੰਜਾਬੀ ਹੋਣ ਕਰਕੇ ਤੇਰਾ ਉਹਦੇ ਨਾਲ ਲਗਾਵ ਆ, ਪਰ ਜਦੋਂ ਆਪਾਂ ਆਮ ਗੱਲ ਕਰਦੇ ਆ ਤੇਰੇ ਸਕੂਲ ਦੇ ਬੱਚੇ, ਉਹਨਾਂ ਨੂੰ ਪਤਾ ਇਸ ਐਜੀਟੇਸ਼ਨ ਦਾ? ਹਾਂਜੀ, ਮੈਂ ਗੱਲ ਕੀਤੀ ਉਹਨਾਂ ਦੇ ਨਾਲ, ਮੇਰੇ ਫਰੈਂਡਸ ਦੇ ਨਾਲ। ਮੇਰੇ BC ਦੇ ਵਿੱਚ ਵੀ ਫਰੈਂਡਸ ਹੈਗੇ ਨੇ, ਮੈਂ ਉਹਨਾਂ ਨਾਲ ਗੱਲ ਕਰਦੀ ਹੁੰਦੀ ਹਾਂ ਵਰਲਡ ਇਸ਼ੂਜ਼ ਦੇ ਬਾਰੇ। ਤੇ ਜਦੋਂ when I talked about this issue, they were also very upset. ਉਹਨਾਂ ਨੂੰ ਵੀ hurt ਹੋਇਆ because ਉਹਨਾਂ ਨੂੰ ਲੱਗਦਾ ਜਿਹੜੇ ਸਾਡੇ ਹਿਊਮਨ ਰਾਈਟਸ ਹੈਗੇ ਨੇ, ਸਾਡੇ ਕੋਲ ਹੈਗੀ ਰਾਈਟ ਟੂ ਪ੍ਰੋਟੈਸਟ, the right to life and liberty, ਇਹ ਰਾਈਟਸ infringement ਹੁੰਦੀ ਆ ਉਹਨਾਂ ਦੇ ਵੱਲੋਂ। ਜੀ, if you're not allowed to protest for what you believe in, and if you're not allowed to protest for free pay, you know, they're not being paid equally. Most of the people who I've talked to, almost all of them feel that it's wrong, and I actually can't think of anyone who said that Modi was right, who said that it was okay for them to be like hurt like this. ਜਿਨ੍ਹਾਂ ਨਾਲ ਮੈਂ ਗੱਲ ਕੀਤੀ ਆ ਉਹ ਸਾਰੇ ਕਹਿੰਦੇ ਨੇ ਵੀ ਰੋਂਗ ਆ ਤੇ ਇਹ ਆਈ ਨਹੀਂ ਹੋਣਾ ਚਾਹੀਦਾ। ਜੀ, ਮੈਂ ਜੇ ਗੱਲ ਕਰਾਂ, ਤੈਨੂੰ ਪਤਾ ਹੈਗਾ ਕਿ ਅਸਲ ਦੇ ਵਿੱਚ ਮੁਸ਼ਕਿਲ ਕੀ ਆ ਇੰਡੀਆ ਦੇ ਵਿੱਚ ਜਿਹੜੀ ਫਾਰਮਰ ਦੀ ਆ, ਇਹਦੇ ਬਾਰੇ ਥੋੜਾ ਬਹੁਤ? ਹਾਂਜੀ, ਮੈਨੂੰ ਪਤਾ। ਹਾਂ, ਕੀ ਆ ਉੱਥੇ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਬਿੱਲ ਪਾਸ ਕੀਤੇ ਨੇ ਜਿਨ੍ਹਾਂ ਦੇ ਨਾਲ ਕੋਈ ਵੀ ਕਾਰਪੋਰੇਸ਼ਨ ਉਹਨਾਂ ਦੇ ਲੈਂਡ ਤੇ ਕਬਜ਼ਾ ਕਰ ਸਕਦੀ ਆ ਤੇ ਜਿੰਨੇ ਵੀ ਅਮਾਉਂਟ ਪੇ ਕਰਨਾ ਉਹ ਕਰ ਸਕਦੇ ਨੇ, ਕੋਈ ਮਿਨੀਮਮ ਹੈਗਾ ਨਹੀਂ। ਤੇ ਉਹਨਾਂ ਫਿਰ ਜਦੋਂ ਉਹਨਾਂ ਦੇ ਕ੍ਰੌਪ ਬਣਦੇ ਨੇ ਉਹ ਕਾਰਪੋਰੇਸ਼ਨ ਉਹਨਾਂ ਦੇ ਵਰਕ ਲੈ ਕੇ ਮਨੀ ਬਣਾ ਸਕਦੀ ਹੈ, ਪਰ ਜੇ ਫਾਰਮਰਸ ਨੇ ਉਹਨਾਂ ਨੂੰ ਕੋਈ ਮਨੀ ਨਹੀਂ ਬਣਦੀ। ਜੀ ਦਰਸ਼ਕੋ, ਮੈਂ ਇੱਥੇ ਇੱਕ ਗੱਲ ਜ਼ਰੂਰ ਐਡ ਕਰਨੀ ਚਾਹੂੰਗਾ ਕਿ ਤਲਵੀਰ ਦੀ ਉਮਰ 13 ਸਾਲ ਆ। ਇੱਕ 13 ਸਾਲ ਦਾ ਬੱਚਾ ਜਿਹੜਾ 30,000 ਵੱਧ ਕਿਲੋਮੀਟਰ ਦੂਰ ਬੈਠਾ ਵਾ ਇੰਡੀਆ ਦੀ ਧਰਤੀ ਤੋਂ, ਉਹਨੂੰ ਇਸ ਇਸ਼ੂ ਦਾ ਪਤਾ ਵਾ। ਹਾਲਾਂਕਿ ਉਹਨੂੰ ਤਲਵੀਰ ਦੀ ਕੁਝ ਪੰਜਾਬੀ 'ਚ ਕੁਛ ਹੋ ਸਕਦਾ ਵਾ ਬੋਲਣ ਦੇ ਵਿੱਚ ਉਹ ਐਕਸਪ੍ਰੈਸ ਨਾ ਬੈਟਰ ਕਰ ਸਕੇ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤਲਵੀਰ ਨੂੰ ਇਹੀ ਕਿਹਾ ਕਿ ਕੋਸ਼ਿਸ਼ ਕਰਦੀ ਹੈ ਕਿ ਵੱਧ ਤੋਂ ਵੱਧ ਪੰਜਾਬੀ ਬੋਲੀ, ਤਾਂ ਕਿ ਜਿਹੜੇ ਸਾਡੇ ਉੱਥੇ ਧਰਨੇ ਦੇ ਉੱਪਰ, ਐਜੀਟੇਸ਼ਨ ਦੇ ਉੱਪਰ ਯੂਥ ਬੈਠਾ ਵਾ, ਸਾਡੇ ਬਜ਼ੁਰਗ ਬੈਠੇ ਆ, ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਪੀੜ ਉਹਨਾਂ ਦੀ ਇਕੱਲਿਆਂ ਦੀ ਪੀੜ ਨਹੀਂ ਗੀ, ਇਹ ਸੰਸਾਰ ਭਰ ਦੀ ਪੀੜ ਆ। ਸਾਡੀ ਪੀੜ ਤਾਂ ਹੈ ਆ, ਤਲਵੀਰ ਦੀ ਪੀੜ ਤਾਂ ਹੈ ਆ, ਕਿਉਂਕਿ ਸਾਡਾ ਖੂਨ, ਸਾਡੀਆਂ ਜੜ੍ਹਾਂ ਪਿੱਛੇ ਪੰਜਾਬ ਦੇ ਵਿੱਚ ਨੇ। ਪਰ ਇਸ ਦੇ ਨਾਲ ਨਾਲ ਜਿਹੜੇ ਹੋਰ ਟੀਨ ਨੇ ਜਿਹੜੇ ਸਾਡੇ ਨਾਲ, ਜਿਨ੍ਹਾਂ ਦਾ ਕੋਈ ਨੇੜੇ ਦਾ ਸੰਬੰਧ ਨਹੀਂ, ਨਾ ਤਾਂ ਕਲਚਰ ਵਾਈਜ਼, ਨਾ ਭਾਸ਼ਾ ਵਾਈਜ਼, ਨਾ ਖਿੱਤੇ ਵਾਈਜ਼, ਉਹਨਾਂ ਲੋਕਾਂ ਦੇ ਵਿੱਚ ਵੀ ਅਸਰ ਹੈਗਾ। ਤਲਵੀਰ ਇਹ ਗੱਲ ਸਮਝਦੀ ਆ ਕਿ ਜੇਕਰ ਕਾਰਪੋਰੇਟ ਆਉਂਦਾ ਵਾ ਤੇ ਕਾਰਪੋਰੇਟ ਮਿਸਯੂਜ਼ ਕਰੂਗਾ ਫਾਰਮਰ ਦਾ ਔਰ ਵੱਧ ਮਨੀ ਅਰਨ ਕਰੂਗਾ। ਇਹ ਗੱਲ ਇਹਦੇ ਦਿਮਾਗ ਦੇ ਵਿੱਚ ਵੀ ਆਉਂਦੀ ਆ। ਹਾਲਾਂਕਿ ਇਹਨਾਂ ਬੱਚਿਆਂ ਦਾ ਇਹ ਵਿਸ਼ਾ ਨਹੀਂ ਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਪਰ ਫਿਰ ਵੀ ਵੇਖਣ ਵਾਲੀ ਗੱਲ ਆ ਕਿ ਇਹਨਾਂ 'ਤੇ ਕਿੰਨਾ ਡੂੰਘਾ ਅਸਰ ਆ ਜੋ ਕੁਝ ਉੱਥੇ ਹੋ ਰਿਹਾ। ਤਕਰੀਬਨ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜੀ ਐਜੀਟੇਸ਼ਨ ਚੱਲ ਰਹੀ ਆ
ਤੇ 3 ਮਹੀਨਿਆਂ ਤੋਂ ਵੱਧ ਟਾਈਮ ਹੋ ਗਿਆ ਕਿ ਠੰਡ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਬੈਠੇ ਆ, ਠੰਡ ਦੇ ਵਿੱਚ ਸਾਡੀਆਂ ਮਾਤਾਵਾਂ, ਭੈਣਾਂ, ਬੀਬੀਆਂ ਤੇ ਬੱਚੇ ਤੱਕ ਵੀ ਉਸ ਅੰਦੋਲਨ ਦੇ ਵਿੱਚ ਸ਼ਾਮਲ ਨੇ ਔਰ ਯੂਥ ਸ਼ਾਮਲ ਆ। ਔਰ ਸੋਚਣ ਵਾਲੀ ਗੱਲ ਇਹ ਆ ਕਿ ਜੇ ਇਹ ਬੱਚਿਆਂ ਦੇ ਮਨ ਤੇ ਇੱਥੇ ਅਸਰ ਹੋ ਰਿਹਾ ਤੇ ਜਿਹੜੀ ਸਾਡੀ ਸਰਕਾਰ ਉੱਥੇ ਬੈਠੀ ਆ ਉਹਦੇ ਮਨ ਤੇ ਕਿਉਂ ਨਹੀਂ ਅਸਰ ਹੋ ਰਿਹਾ? ਤਲਵੀਰ, ਤੁਹਾਡੇ ਮਨ ਤੇ ਅਸਰ ਆ? ਤੁਹਾਡੇ ਜਿਹੜੇ ਫਰੈਂਡਸ ਆ, ਤੁਹਾਡੇ ਫਰੈਂਡ ਦੇ ਵਿੱਚ ਕੋਈ ਹੈਗਾ ਇੰਡੀਅਨ ਜਾਂ ਪੰਜਾਬੀ ਜਾਂ? ਨਹੀਂ, ਇੰਨੇ ਲੋਕ ਨਹੀਂ ਹੈਗੇ। ਮੋਸਟਲੀ ਮੇਰੇ ਫਰੈਂਡਸ ਹੈਗੇ ਨੇ ਫਿਲੀਪੀਨੋ, ਆਈ ਹੈਵ ਵਾਈਟ ਫਰੈਂਡਸ, ਬਲੈਕ ਫਰੈਂਡਸ। ਜੇ ਉਹਨਾਂ ਦਾ ਕਲਚਰ ਹੈਗਾ ਵੀ ਨਹੀਂ, ਉਹਨਾਂ ਨੂੰ ਵੀ ਪਤਾ ਲੱਗਦਾ ਦਿਸ ਇਜ਼ ਰੋਂਗ, they are not allowed to infringe on people's rights like this। ਆਈ ਨਹੀਂ ਹੋ ਸਕਦਾ, ਉਹਨਾਂ ਨੂੰ ਵੀ ਪਤਾ। ਪਰ ਜਦੋਂ ਤੁਸੀਂ ਆਪਸ ਦੇ ਵਿੱਚ ਗੱਲ ਕਰਦੇ ਹੋ ਤੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਉਸ ਇਸ਼ੂ ਤੇ ਗੱਲ ਹੁੰਦੀ ਹੈ, ਭਾਵੇਂ ਉਹਨਾਂ ਨੂੰ ਇਸ਼ੂ ਭਾਵੇਂ ਪੂਰਾ ਪਤਾ ਹੋਊ ਕਿ ਨਹੀਂ ਹੋਊਗਾ, ਇਹ ਮੈਨੂੰ ਨਹੀਂ ਪਤਾ, ਇਹ ਤੁਹਾਨੂੰ ਪਤਾ ਕਿਉਂਕਿ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ। ਪਰ ਇੱਕ ਹਿਊਮਨ ਰਾਈਟਸ ਦੇ ਮਸਲੇ ਤੋਂ ਉਹਨਾਂ ਦਾ ਪੱਖ ਹੁੰਦਾ ਵਾ। ਜੇ ਤੁਹਾਡੇ ਤੇ ਅਸਰ ਹੋ ਰਿਹਾ, ਤੁਹਾਡੇ ਫਰੈਂਡਸ ਦੇ ਅਸਰ ਹੋ ਰਿਹਾ, ਤੇ ਤੁਸੀਂ ਇੱਕ ਨੌਜਵਾਨ ਹੋਣ ਦੇ ਨਾਤੇ ਕੀ ਸਮਝਦੇ ਹੋ ਕਿ ਸਰਕਾਰ ਤੇ, ਇੰਡੀਆ ਸਰਕਾਰ ਤੇ ਅਸਰ ਕਿਉਂ ਨਹੀਂ ਹੋ ਰਿਹਾ? ਆਈ ਥਿੰਕ that ਜਿਹੜੀ ਗਵਰਨਮੈਂਟ ਆ ਉਹ ਇੰਨੀ ਕਰਪਟ ਹੋ ਗਈ ਹੈ, ਉਹਨਾਂ ਨੂੰ ਪਤਾ ਵੀ ਹੋਵੇ ਵੀ ਰੋਂਗ ਆ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਬਿਕਾਜ਼ ਐਟ ਦੀ ਐਂਡ ਆਫ ਦ ਡੇ ਉਹਨਾਂ ਨੂੰ ਪੈਸੇ ਮਿਲਣਗੇ, ਉਹਨਾਂ ਨੂੰ ਵੋਟਾਂ ਮਿਲਣਗੀਆਂ। ਜੇ ਸਾਡੀ ਕਮਿਊਨਿਟੀ ਤੋਂ ਵੀ ਨਹੀਂ ਹੈਗੀ ਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ, ਬਿਕਾਜ਼ ਉਹਨਾਂ ਕੋਲ ਐਮਪੈਥੀ ਨਹੀਂ ਹੈਗੀ, ਉਹਨਾਂ ਕੋਲ ਆਈ ਫੀਲਿੰਗ ਨਹੀਂ ਹੈਗੀ ਵੀ how or what are these people are going through, right? ਤੇਰਾ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਕੋਲ ਸਿਰਫ ਇਹੀ ਫੀਲਿੰਗ ਆ ਕਿ ਉਹਨਾਂ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਪੈਸੇ ਕਿੰਨੇ ਦੇਣੇ ਆ, ਵੋਟਰਾਂ ਨਾਲ ਜਾਂ ਵੋਟਰ ਕਿਵੇਂ ਰਹਿ ਰਹੇ ਆ ਉਹ ਜ਼ਿਆਦਾ ਮਾਇਨੇ ਨਹੀਂ ਰੱਖਦਾ। ਹਾਂਜੀ, ਇਹੀ ਕੁਝ ਤੇਰੇ ਦੋਸਤ ਸੋਚਦੇ ਨੇ? ਹਾਂਜੀ, ਉਹਨਾਂ ਨੂੰ ਵੀ ਹੈਗਾ। ਬਿਕਾਜ਼ ਅਸੀਂ ਬਹੁਤ ਕੰਟਰੀਜ਼ ਦੇ ਵਿੱਚ ਦੇਖਦੇ ਹਾਂ ਗਵਰਨਮੈਂਟ ਆਪਦੇ ਆਪ ਨੂੰ ਬੈਨੀਫਿਟ ਕਰਨਾ ਚਾਹੀਦੀ ਆ। ਹਾਂਜੀ, ਜੇ ਬਹੁਤ ਸਾਰੇ ਲੋਕੀ ਸਫਰ ਕਰਦੇ ਹੋਣ ਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ। ਜੇ ਵੋਟਾਂ ਲੈਸ ਹੋ ਰਹੀਆਂ ਫਿਰ ਉਹਨਾਂ ਨੂੰ ਫਰਕ ਪੈਂਦਾ, ਫਿਰ ਉਹ ਡੈਮੇਜ ਕੰਟਰੋਲ ਕਰਦੇ ਹੈ ਨਾ। ਟਵਿੱਟਰ ਤੇ ਜਾ ਕੇ ਕਿਤੇ ਵੀ ਜਾ ਕੇ ਬੋਲਦੇ ਨੇ ਵੀ ਨਹੀਂ ਆਈ ਸਪੋਰਟ ਇਟ ਤੇ ਮੈਂ ਸਪੋਰਟ ਕਰਦਾ, ਪਰ ਸੱਚ ਦੇ ਵਿੱਚ ਉਹ ਜਿਹੜੇ ਬਿਲਸ ਰਿਮੂਵ ਕਰ ਸਕਦੇ ਨੇ, ਜਿਹੜੀ ਐਕਚੁਅਲ ਚੇਂਜ ਲਿਆ ਸਕਦੇ ਨੇ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਜਿਵੇਂ ਗ੍ਰੇਟਾ ਔਰ ਰਿਹਾਨਾ ਦੀ ਗੱਲ ਆਉਣੀ ਔਰ ਉਸ ਚੀਜ਼ ਤੇ ਉੱਥੋਂ ਦੀ ਸਰਕਾਰ ਦਾ ਉਹਦੇ ਤੇ ਪ੍ਰਤੀਕਿਰਿਆ ਆਉਣੀ ਔਰ ਉਹਦੇ ਤੇ ਮੈਂ ਜਿਵੇਂ ਗੱਲ ਕਰਾਂ ਤੇ ਉਹ ਯੂਥ ਨੇ, ਛੋਟੀ ਉਮਰ ਦੇ ਹੋਣ ਦੇ ਨਾਤੇ ਉਹਨਾਂ ਦੇ ਮਨ ਦੇ ਵਿੱਚ, ਜਿਵੇਂ ਤੇਰੇ ਮਨ 'ਚ 13 ਸਾਲ ਦੀ ਉਮਰ ਹੈ, ਤੇਰੇ ਮਨ 'ਚ ਵੀ ਉਹ ਹੈਗਾ, ਤੇਰੇ ਫਰੈਂਡਸ ਵੀ ਆਲਮੋਸਟ ਤੇਰੀ ਉਮਰ ਦੇ ਹੋਣਗੇ, ਕੋਈ 12 ਦਾ ਹੋਊਗਾ, 14 ਦਾ ਹੋਊਗਾ, ਪਰ ਉਹਨਾਂ ਦੇ ਮਨ 'ਚ ਵੀ ਹੈਗਾ। ਉਹ ਚੀਜ਼ ਸਰਕਾਰ ਨੂੰ ਫੀਲ ਹੁੰਦੀ ਹੈ ਜੇ ਬਾਹਰੋਂ। ਤੂੰ ਕੀ ਸਮਝਦੇ ਆ ਕਿ ਜਿਹੜਾ ਗ੍ਰੇਟਾ, ਰਿਹਾਨਾ ਜਾਂ ਹੋਰ ਇੰਟਰਨੈਸ਼ਨਲੀ ਲੋਕਾਂ ਦੀ ਪ੍ਰਤੀਕਿਰਿਆ ਵਾ ਉਹ ਵਾਜਬ ਆ, ਉਹ ਜੈਨੂਇਨ ਸੀਗੀ ਕਿ ਉਹ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਉਹਨਾਂ ਦਾ ਆਪਣਾ ਮਸਲਾ ਸੀਗਾ, ਇੰਡੀਆ ਦਾ ਮਸਲਾ ਸੀਗਾ? ਉਹ ਮਸਲਾ ਇੰਡੀਆ ਦਾ ਕਿ ਹਿਊਮਨ ਰਾਈਟਸ ਦਾ? ਤੇਰੇ ਕਹਿ ਸੋਚਣ ਮੁਤਾਬਕ ਕੀ ਆ? ਆਈ ਥਿੰਕ ਦੈਟ ਦਿਸ ਇਜ਼ ਅ ਮੈਟਰ ਆਫ ਹਿਊਮਨ ਰਾਈਟਸ। ਤੇ ਕੋਈ ਵੀ ਕਮੈਂਟ ਕਰ ਸਕਦਾ। ਜਦੋਂ ਅਸੀਂ ਦੇਖਦੇ ਹਾਂ ਕੁਝ ਰੋਂਗ ਹੋ ਰਿਹਾ ਦੁਨੀਆ ਦੇ ਵਿੱਚ, ਵੀ ਹੈਵ ਟੂ ਸਟੈਂਡ ਅਪ। ਅਸੀਂ ਕਹਿਣਾ ਚਾਹੀਦਾ ਜੇ ਸਾਡੀ ਕਮਿਊਨਿਟੀ ਦੇ ਆਊਟਸਾਈਡ ਕੁਝ ਹੋ ਰਿਹਾ ਤੇ ਅਸੀਂ ਨਹੀਂ ਬੋਲਦੇ, ਫਿਰ ਅਸੀਂ ਬਾਈਸਟੈਂਡਰ ਬਣ ਜਾਂਦੇ ਹਾਂ, ਹੈ ਨਾ। ਤੇ when Greta Thunberg and Rihanna commented on that, they were standing up for people। ਇਹਦੇ ਨਾਲ ਹੋਰ ਲੋਕਾਂ ਨੂੰ ਪਤਾ ਲੱਗਿਆ ਵੀ ਕੀ ਹੁੰਦਾ ਹੈ ਨਾ ਪੰਜਾਬ ਦੇ ਵਿੱਚ। Rihanna brought lots of other voices ਤੇ ਬਹੁਤ ਲੋਕਾਂ ਨੂੰ ਪਤਾ ਲੱਗਿਆ ਜਿਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਸੀ, ਹੈ ਨਾ। ਇਹਦੇ ਨਾਲ the movement gets bigger and more people। ਆਪਾਂ ਤਲਵੀਰ ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਰਿਹਾਨਾ ਤੇ ਗ੍ਰੇਟਾ ਦੀ ਗੱਲ ਨੂੰ ਜਿਹੜਾ ਕੰਟੀਨਿਊ ਕਰਾਂਗੇ। ਵਾਪਸ ਆਉਣੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਜਾਰੀ ਰੱਖਾਂਗੇ। ਤੁਸੀਂ ਜੁੜੇ ਰਹੋ ਸਾਡੇ ਪ੍ਰੋਗਰਾਮ ਦੇ ਨਾਲ। ਮਿਲਦੇ ਆ ਕੁਝ ਪਲਾਂ ਦੇ ਬਾਅਦ। ਵੈਲਕਮ ਬੈਕ ਦੋਸਤੋ, ਤੁਸੀਂ ਜੁੜੇ ਹੋਏ ਹੋ ਪੰਜਾਬੀ #TV ਦੇ ਪ੍ਰੋਗਰਾਮ ਟੀਨ ਟਾਕ ਵਿਦ ਤਲਵੀਰ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਇੰਡੀਆ ਦੇ ਵਿੱਚ ਫਾਰਮਰ ਦੀ ਮੂਵਮੈਂਟ ਚੱਲ ਰਹੀ ਆ ਔਰ ਮੂਵਮੈਂਟ ਦੇ ਵਿੱਚ ਇੰਟਰਨੈਸ਼ਨਲ ਲੋਕ ਕੀ ਸੋਚਦੇ ਨੇ ਔਰ ਜੇ ਇੰਟਰਨੈਸ਼ਨਲ ਲੋਕ ਸੋਚਦੇ ਨੇ ਉਹਦਾ
ਕਿਵੇਂ ਦਾ ਪ੍ਰਭਾਵ ਪੈਂਦਾ ਵਾ ਉਹਦੇ ਤੇ ਗੱਲਬਾਤ ਕਰਾਂਗੇ। ਗੱਲਬਾਤ ਹੋ ਰਹੀ ਸੀਗੀ ਤਲਵੀਰ ਜਦੋਂ ਆਪਾਂ ਬ੍ਰੇਕ ਤੇ ਗਿਆ ਗ੍ਰੇਟਾ ਤੇ ਰਿਹਾਨਾ। ਹਾਂਜੀ ਗ੍ਰੇਟਾ ਤੇ ਰਿਹਾਨਾ ਨੂੰ ਮਤਲਬ ਕਿ ਜੋ ਕੁਝ ਉੱਥੇ ਵਾਪਰਿਆ ਉਹਨਾਂ ਨੂੰ ਪਤਾ ਲੱਗਿਆ। ਹਾਲੀ ਕਿ ਜਿਹੜਾ ਇੰਟਰਨੈਸ਼ਨਲ ਮੀਡੀਆ ਸੀਗਾ ਉਦੋਂ ਤੱਕ ਕੋਈ ਇੰਨੀ ਕਵਰੇਜ ਨਹੀਂ ਸੀਗੀ ਹੈਗੀ, ਅੱਜ ਤੱਕ ਕਾਫੀ ਕਵਰੇਜ ਹੈਗੀ ਆ। ਇੰਡੀਅਨ ਮੀਡੀਆ ਤਾਂ ਉਹਨੂੰ ਕਵਰ ਨਹੀਂ ਸੀ ਕਰ ਰਿਹਾ, ਪਰ ਫਿਰ ਵੀ ਉਹ ਗੱਲ ਗਈ। ਉਹਦਾ ਕੀ ਕੋਈ ਫਾਇਦਾ ਹੋਇਆ? ਗ੍ਰੇਟਾ ਤੇ ਰਿਹਾਨਾ ਨੇ ਜਿਹੜੀ ਗੱਲਬਾਤ ਨੂੰ ਬਾਹਰ ਲੈ ਕੇ ਆਂਦਾ, ਉਹਦਾ ਉਸ ਮੂਵਮੈਂਟ ਤੇ ਕੋਈ ਅਸਰ ਹੋਇਆ ਜਾਂ ਸਰਕਾਰ ਤੇ ਕੋਈ ਅਸਰ ਹੋਇਆ? ਉਸ ਮੂਵਮੈਂਟ ਨੂੰ ਕੋਈ ਉਹਦਾ ਪਲੱਸ ਮਾਈਨਸ ਹੋਊਗਾ? ਤੁਸੀਂ ਕੀ ਸਮਝਦੇ ਹੋ? ਹਾਂਜੀ, I think that it was very important ਤੇ ਬਹੁਤ difference ਹੋਈ ਜਦੋਂ ਰਿਹਾਨਾ ਨੇ ਤੇ ਗ੍ਰੇਟਾ ਨੇ ਕਿਹਾ, because they have millions of followers, right? And ਜਿਹੜੀ ਨਿਊਜ਼ ਉਹਨਾਂ ਨੂੰ ਪਹੁੰਚੀ ਸੀ ਉਹ ਸੋਸ਼ਲ ਮੀਡੀਆ ਤੋਂ ਸੀ, ਟਵਿੱਟਰ ਤੋਂ, ਇੰਸਟਾਗ੍ਰਾਮ, ਫੇਸਬੁੱਕ। ਅਸੀਂ ਨਿਊਜ਼ ਸਪਰੈਡ ਕਰੀ ਜਾਂਦੀ ਸੀ ਬਿਕਾਜ਼ ਮੀਡੀਆ ਨਹੀਂ ਕਰਦੀ ਸੀ ਇੰਡੀਆ ਦੇ ਵਿੱਚ, ਤੇ ਫਿਰ ਉਹਨਾਂ ਕੋਲੇ ਪਹੁੰਚੀ। ਤੇ ਜਦੋਂ ਉਹਨਾਂ ਕੋਲੇ ਪਹੁੰਚੀ ਤੇ ਉਹਨਾਂ ਨੇ ਸਪੀਕ ਕੀਤਾ, ਬਹੁਤ ਸਾਰੇ ਜਿਹੜੇ ਮੈਗਜ਼ੀਨਸ ਨੇ, ਨਿਊਜ਼ ਟੈਬਲੋਇਡ, ਕੋਈ ਵੀ, ਉਹ ਗੱਲ ਕਰਨਗੇ ਹੈ ਨਾ, ਬਿਕਾਜ਼ ਇਹ ਫੇਮਸ ਲੋਕੀ ਨੇ। ਤੇ ਇਹਦੇ ਨਾਲ ਹੋਰ ਵੀ ਕਵਰੇਜ ਹੁੰਦੀ ਆ ਤੇ ਵੱਧ ਲੋਕਾਂ ਨੂੰ ਪਤਾ ਲੱਗਦਾ ਵੀ ਇੰਡੀਆ ਦੇ ਵਿੱਚ ਕੀ ਹੋਇਆ। ਸੋ ਆਈ ਥਿੰਕ ਦੈਟ ਇਟ ਵਾਸ ਵੈਰੀ ਗੁੱਡ ਤੇ ਇਟ ਵਾਸ ਵੈਰੀ ਵੈਰੀ ਬੈਨੀਫਿਸ਼ੀਅਲ that they talked about that issue, because even more people are finding out about the corruption and the issues that are going on. ਮੈਂ ਜੇ ਤਲਵੀਰ ਤੁਹਾਨੂੰ ਇਹ ਪੁੱਛਾਂ ਕਿ ਇਹ ਇਸ਼ੂ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਐਡਰੈਸ ਕੀਤਾ, ਕੈਨੇਡਾ ਦੀਆਂ ਪੋਲੀਟੀਕਲ ਪਾਰਟੀਆਂ ਨੇ ਕੀਤਾ, ਈਵਨ ਡਿਫਰੈਂਟ ਕੰਟਰੀਜ਼ ਦੇ ਜਿਹੜੇ ਉਹਨਾਂ ਦੀਆਂ ਪਾਰਲੀਮੈਂਟ ਸੀ ਉਹਦੇ ਵਿੱਚ ਡਿਸਕਸ਼ਨ ਹੋਈ, ਔਰ ਜਿਹੜੇ ਲੋਕ ਉੱਥੇ ਜਿਨ੍ਹਾਂ ਦੀਆਂ ਜਾਨਾਂ ਚਲੇ ਗਈਆਂ ਉਹਨਾਂ ਦੇ ਬਾਰੇ ਵੀ ਚਿੰਤਾ ਵਿਅਕਤ ਕੀਤੀ ਗਈ, ਲੇਕਿਨ ਇੰਡੀਆ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਤੁਸੀਂ ਕੀ ਸਮਝਦੇ ਹੋ ਕਿ ਇੰਡੀਆ ਦੇ ਵੱਲੋਂ ਅਕਸਰ ਇਹ ਗੱਲ ਕਹੀ ਜਾਂਦੀ ਰਹੀ ਕਿ ਇਹ ਇੱਕ ਰੀਜਨ ਦਾ ਮਸਲਾ ਵਾ, ਇਹ ਇੱਕ ਸਟੇਟ ਦਾ ਮਸਲਾ ਵਾ, ਸਟੇਟ ਤੋਂ ਬਾਅਦ ਉਹਨੂੰ ਡਿਫਰੈਂਟ ਜਿਹੜੇ ਆ ਤਰ੍ਹਾਂ ਕਿਹਾ ਗਿਆ ਕਿ ਇਹ ਐਂਟੀ ਨੈਸ਼ਨਲਿਸਟ ਨੇ, ਇਹਨਾਂ ਦੇ ਵਿੱਚ ਖਾਲਿਸਤਾਨੀ ਨੇ, ਇਹਨਾਂ ਦੇ ਵਿੱਚ ਸੋਸ਼ਲਿਸਟ ਨੇ, ਇਹਨਾਂ ਦੇ ਵਿੱਚ ਨਕਸਲਾਈਟ ਨੇ। ਉਹਨੂੰ ਧਰਮ ਨਾਲ ਵੀ ਜੋੜਿਆ ਗਿਆ, ਔਰ ਉਹਨੂੰ ਜਿਹੜਾ ਮੁਲਕ ਦੇ ਖਿਲਾਫ ਕਾਰਵਾਈਆਂ ਵਜੋਂ ਵੀ ਜਾਣਿਆ ਗਿਆ ਕਿ ਇਹ ਐਂਟੀ ਨੈਸ਼ਨਲਿਸਟ ਨੇ, ਮੁਲਕ ਦੀ ਜਿਹਨੂੰ ਡੈਮੇਜ ਕਰਨਾ ਚਾਹੁੰਦੇ ਨੇ। ਤੇਰੇ ਸਮਝ ਮੁਤਾਬਕ ਉਹ ਜਿਹੜਾ ਇਸ਼ੂ ਆ ਐਜ਼ ਏ ਯੂਥ ਕੀ ਸੋਚਦੀ ਆ ਤਲਵੀਰ ਕਿ ਉਹ ਇਸ਼ੂ ਕਿਸੇ ਧਰਮ ਦਾ ਵਾ, ਕਿਸੇ ਮੁਲਕ ਨੂੰ ਤੋੜਨ ਦਾ ਵਾ, ਕਿਸੇ ਖਿੱਤੇ ਦਾ ਵਾ, ਕਿਵੇਂ ਆ? I think that this issue is a human rights issue. ਇਹਦੇ ਨਾਲ ਕੋਈ ਵੀ there's no relation to religion, to even region ਦੇ ਨਾਲ। outside of Punjab ਵੀ ਹੈਗੇ ਨੇ ਜਿਹੜੇ farmers suffer ਕਰਦੇ ਨੇ ਇਹੀ issue ਤੋਂ, ਇਹ bills ਤੋਂ, right? ਕੱਲੇ ਪੰਜਾਬੀ farmers ਨਹੀਂ, ਪਰ ਪੰਜਾਬੀ farmers like are at the forefront of the movement. ਉਹੀ ਸਾਰੇ ਦੇਖਦੇ ਨੇ, and the media, especially in India, is trying to push it as like a Khalistan issue, that people are trying to, you know, go against their country. I kuch bhi nahi hai. They just want to be paid. They just want to have fair use of their land. It's a human rights thing. They're allowed to protest. Protesting is a human right. And when people push it as something of like a political issue or like a religion type of thing, that's not what it is. It's just people wanting to be treated fairly in the world. ਜਦੋਂ ਤੁਸੀਂ ਆਪਣੇ ਫਰੈਂਡਸ ਦੇ ਨਾਲ ਗੱਲਬਾਤ ਕਰਦੇ ਹੋ, ਉਹ ਵੀ ਇਸ ਚੀਜ਼ ਨੂੰ ਸੋਚਦੇ ਨੇ ਕਿ ਇਹ ਰਿਲੀਜਨ ਦਾ ਮਸਲਾ ਵਾ, ਇਹ ਕੋਈ ਮੁਲਕ ਨੂੰ ਡੈਮੇਜ ਹੋ ਸਕਦਾ ਇੰਜ ਦਾ ਮਸਲਾ ਵਾ, ਜਾਂ ਉਹਨਾਂ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦਾ ਮਸਲਾ, ਉਹ ਵੀ ਇਹੋ ਜਿਹਾ ਕੁਝ ਸੋਚਦੇ ਨੇ ਕਿ ਜਸਟ ਉਹਨਾਂ ਦੇ ਦਿਮਾਗ 'ਚ ਕੀ ਹੁੰਦਾ ਕਿ ਉਹਨਾਂ ਦੀਆਂ ਪ੍ਰੋਬਲਮਸ ਨੇ, ਉਹਨਾਂ ਦਾ ਸੋਲੂਸ਼ਨ ਚਾਹੁੰਦੇ ਨੇ ਤੇ ਹਿਊਮਨ ਰਾਈਟਸ ਇਸ਼ੂ, ਉਹ ਕੀ ਸੋਚਦੇ ਨੇ ਤੁਹਾਡੇ ਫਰੈਂਡ? ਜਿਹੜੇ ਮੇਰੇ ਫਰੈਂਡਸ ਨੇ ਉਹ ਮੇਰੇ ਵਾਂਗੂ ਹੀ ਸੋਚਦੇ ਨੇ, ਬਿਕਾਜ਼ ਆਈ ਡੋਂਟ ਹੈਵ ਐਨੀ ਫਰੈਂਡਸ ਹੂ ਗੋ ਅਗੇਂਸਟ ਦੈਟ। ਉਹਨਾਂ ਨੂੰ ਸਾਰਿਆਂ ਨੂੰ ਲੱਗਦਾ ਵੀ religion ਦੇ ਨਾਲ ਇਹਦਾ ਕੋਈ ਕੋਰਿਲੇਸ਼ਨ ਨਹੀਂ ਹੈਗਾ। ਇਟਸ ਜਸਟ ਪੀਪਲ ਵਾਂਟਿੰਗ ਟੂ ਬੀ ਟ੍ਰੀਟਡ ਫੇਅਰਲੀ, ਤੇ ਉਹਨਾਂ ਨੂੰ ਲੱਗਦਾ ਵੀ ਹਿਊਮਨ ਰਾਈਟਸ ਤੇ ਇਨਫ੍ਰਿੰਜਮੈਂਟ ਹੋ ਰਹੀ ਹੈ। ਉਹਨਾਂ ਨੂੰ ਨਹੀਂ ਲੱਗਦਾ ਵੀ ਇਹ ਕੋਈ ਰਿਲੀਜਨ ਦਾ ਵਾ, ਕਾਸਟ ਦਾ ਵਾ, ਕੁਛ ਵੀ ਨਹੀਂ। they all believe the same thing. ਪਰ ਹੁਣ ਜੇ ਆਪਾਂ ਕੁੱਲ ਮਿਲਾ ਕੇ ਇਹਨੂੰ ਜੇ ਇੱਕ ਰਿਜ਼ਲਟ ਕੱਢਣਾ ਹੋਵੇ ਕਿ ਜਿਹੜੇ ਯੂਥ ਨੇ ਇਹਨਾਂ ਨੇ ਕੱਲ ਨੂੰ ਵੱਡੇ ਹੋਣਾ, ਇਹਨਾਂ 'ਚੋਂ ਕੁਛ ਲੋਕ ਲੀਡਰ ਵੀ ਬਣਨੇ ਨੇ ਇੰਟਰਨੈਸ਼ਨਲੀ, ਟੋਟਲੀ ਇੰਡੀਆ ਇਨਕਲੂਡਿੰਗ ਇੰਡੀਆ ਤੇ ਬਾਹਰ ਦੇ ਯੂਥ ਆ, ਉਹਨਾਂ ਦੇ ਮਨ ਦੇ ਵਿੱਚ ਜਿਹੜੀ ਇੰਡੀਆ ਦੀ ਪਿਕਚਰ ਆ ਉਹ ਕਿਵੇਂ ਦੀ ਆ? ਇੱਕ ਚੰਗੇ ਮੁਲਕ ਵਜੋਂ ਆ, ਔਰ ਜਿਹੜੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਹੈ ਜਾਂ ਸਰਕਾਰ ਹੈ ਉਹਦੇ ਪ੍ਰਤੀ ਉਹ ਕਿਵੇਂ ਦੀ ਸੋਚ ਰੱਖਦੇ ਆ?
ਜਾਂ ਇੰਡੀਆ ਪ੍ਰਤੀ ਉਹ ਕੀ ਸੋਚਦੇ ਆ, ਕੱਲ੍ਹ ਨੂੰ ਇੰਡੀਆ ਜਾਣਗੇ ਲੋਕਾਂ ਕਰਕੇ ਜਾਣਗੇ ਜਾਂ ਸਰਕਾਰ ਕਰਕੇ, ਉਹਨਾਂ ਦੇ ਮਨ 'ਚ ਕੋਈ ਡਰ ਆ ਜਾਂ ਕਿਵੇਂ ਆ? I think that the image that India has right now isn't a good one, because ਜੇ government ਆਪਦੇ ਲੋਕਾਂ ਨੂੰ ਆਈ treat ਕਰਦੀ ਆ, ਬਾਹਰਲੇ ਲੋਕਾਂ ਨੂੰ ਕਿਵੇਂ treat ਕਰੂਗੀ, right? It doesn't seem like a welcoming, loving place that it is, because India is a great country, but because of the government there, obviously it doesn't have the best image right now. Because if people aren't being treated fairly in a country, other world leaders aren't going to look at that country and want to collaborate with them at all, right? So that's not a good image for India itself, because people aren't viewing it as a good country right now. People are viewing it as something where lots of corruption is going on. ਕੀ ਸੋਚਦੇ ਆ ਕਿ ਇਹਦੇ ਨਾਲ ਇੰਡੀਆ ਨੂੰ ਫਿਊਚਰ ਦੇ ਵਿੱਚ ਲਾਸ ਹੋਊਗਾ? ਜੇ ਯੂਥ ਹੈ ਸੋਚਦਾ ਕੱਲ੍ਹ ਨੂੰ ਯੂਥ ਨੇ ਜਿਹੜਾ ਵੱਡੇ ਹੋ ਕੇ ਪੋਲੀਟੀਸ਼ੀਅਨ ਵੀ ਬਣਨਾ ਵਾ, ਉਹਨਾਂ ਨੇ ਵੱਖ-ਵੱਖ ਜਿਹੜੇ ਆ ਫੀਲਡਸ ਆ ਉਹਦੇ ਵਿੱਚ ਉਹਨਾਂ ਨੇ ਵਿਚਰਨਾ ਵਾ, ਇੰਟਰਨੈਸ਼ਨਲੀ ਯੂਥ ਜਿਹੜੇ ਆ ਉਹਦਾ ਇੰਡੀਆ ਦੇ ਜਿਹੜੀ ਆ ਇੰਡੀਆ ਪ੍ਰਤੀ ਸੋਚ ਆ ਉਹਦੇ 'ਤੇ ਅਸਰ ਲੰਬਾ ਟਾਈਮ ਲੌਂਗ ਟਰਮ ਇਹ ਅਸਰ ਰਹੂਗਾ ਕਿ ਖਤਮ ਹੋ ਸਕਦਾ? ਖਤਮ ਹੋ ਸਕਦਾ, but only if the farmers are treated with respect. ਜੇ the government needs to do something immediately, because it's been so long that they've been protesting, right? If the issue is resolved, then it could be that the bad image goes away, but there's definitely a way that image could stay if nothing happens, if the government continues to be corrupt and unworthy of respect. ਹੁਣ ਜਿਹੜੇ ਇੰਡੀਆ ਦੇ ਯੂਥ ਆ, ਤੁਹਾਡੇ ਜਿਹੜਾ ਸਕੂਲ ਆ ਜੂਨੀਅਰ ਹਾਈ ਆ, ਜੂਨੀਅਰ ਹਾਈ ਦੇ ਵਿੱਚ ਇਹ ਲੈਵਲ ਆ ਸੋਚਣ ਦਾ, ਤੇਰੀ ਕਲਾਸ ਦੇ ਜਿਹੜੇ ਬੱਚੇ ਆ ਜਾਂ ਤੇਰੇ ਤੋਂ ਗ੍ਰੇਡ ਘੱਟ ਨੇ, 1-2 ਗ੍ਰੇਡ ਜਾਂ 1-2 ਗ੍ਰੇਡ ਉੱਪਰ ਪੜ੍ਹਨ ਵਾਲੇ ਨੇ, ਉਹ ਇਹ ਸੋਚਦੇ ਨੇ। ਤੇਰੇ ਜਾਂ ਤੁਹਾਡੇ ਜਿਹੜੇ ਹਮ ਉਮਰ ਯੂਥ ਨੇ ਉਹ ਕੀ ਸੋਚਦੇ ਆ ਕਿ ਇੰਡੀਆ ਦਾ ਯੂਥ ਉਹ ਇਸ ਜਿਹੜਾ ਇਸ ਵੇਲੇ ਐਜੀਟੇਸ਼ਨ ਚੱਲ ਰਹੀ ਆ ਇਹਨੂੰ ਕਿਵੇਂ ਲੈਣਾ ਚਾਹੀਦਾ ਇੰਡੀਆ ਦੇ ਯੂਥ ਨੂੰ? Everyone should definitely educate themselves on human rights and their personal rights, because if we look at the stuff that the government is saying, that's not okay. Everyone has the right to protest, to water and food, and it's not okay that the government is cutting those things off. So ਮੈਨੂੰ ਲੱਗਦਾ ਕਿ youth ਨੂੰ educate ਕਰਨਾ ਚਾਹੀਦਾ, ਪੜ੍ਹਨਾ ਚਾਹੀਦਾ, ਤੇ read ਕਰਨਾ ਚਾਹੀਦਾ human rights ਤੇ। ਦਰਸ਼ਕੋ, ਗੱਲ ਬੜੀ ਸੰਜੀਦਾ ਵਾ, ਬੜੀ ਸੋਚਣ ਵਾਲੀ ਹੈ। ਇਸ ਵੇਲੇ ਇੱਕ ਬੰਨੇ ਤਾਂ ਕਿਸਾਨ ਜਿਹੜਾ ਵਾ ਉਹ ਸੜਕਾਂ 'ਤੇ ਬੈਠਾ ਹੋਇਆ ਵਾ ਔਰ ਆਪਣੇ ਹੱਕਾਂ ਲਈ ਉਹ ਆਵਾਜ਼ ਬੁਲੰਦ ਕਰ ਰਿਹਾ ਵਾ। ਇੰਟਰਨੈਸ਼ਨਲ ਕਮਿਊਨਿਟੀ ਉਸ ਆਵਾਜ਼ ਦੇ ਨਾਲ ਆ। ਬਿਨਾਂ ਸ਼ੱਕ ਇਹ ਜਿਹੜੀ ਲੜਾਈ ਆ ਇਹਦੇ ਵਿੱਚ ਜਿੱਤ ਸੱਚਾਈ ਦੀ ਹੋਣੀ ਆ ਔਰ ਫਾਰਮਰ ਜਿੱਤ ਕੇ ਆਪਣੇ ਹੱਕ ਲੈ ਕੇ ਆਪਣੀ ਮਿਹਨਤ ਦਾ ਮੁੱਲ ਲੈਣਗੇ। MSP ਹੋਊਗੀ, ਕਿਉਂਕਿ ਬੱਚੇ ਵੀ ਜਾਣਦੇ ਨੇ ਕਿ MSP ਨਹੀਂ ਮਿਲ ਰਹੀ ਉੱਥੇ, ਔਰ ਜੇ ਕਾਨੂੰਨ ਪਾਸ ਹੋਏ ਨੇ ਇਸੇ ਤਰ੍ਹਾਂ ਹੀ ਇਹ ਲਾਗੂ ਹੋ ਜਾਂਦੇ ਆ ਜਾਂ ਅੱਗੇ ਜਾ ਕੇ ਰਹਿਣਗੇ ਤੇ ਉਹਦੇ ਲਈ ਕਿਸਾਨ ਦਾ ਨੁਕਸਾਨ ਹੋਊਗਾ। ਪਰ ਇਹ ਲੜਾਈ ਜਿੱਤਣ ਤੋਂ ਬਾਅਦ ਵੀ ਜਿਹੜਾ ਇੰਟਰਨੈਸ਼ਨਲ ਯੂਥ ਸੋਚਦਾ ਵਾ ਕਿ ਇੰਡੀਆ ਦੇ ਵਿੱਚ ਯੂਥ ਦੇ ਵਿੱਚ ਇੱਕ ਲੜਾਈ ਲਗਾਤਾਰ ਜਾਰੀ ਰਹਿਣੀ ਚਾਹੀਦੀ ਆ। ਉਹਨਾਂ ਦੀ ਜਿਹੜੀ ਵਿਚਾਰ ਪ੍ਰੋਸੈਸ ਆ, ਉਹਨਾਂ ਦਾ ਜਿਹੜਾ ਥਾਟ ਪ੍ਰੋਸੈਸ ਆ, ਉਹਨਾਂ ਦੀ ਵਿਚਾਰਧਾਰਾ ਵਾ ਜਿਹੜੀ ਅਕੋਰਡਿੰਗ ਟੂ ਸਿਚੁਏਸ਼ਨ ਉਹਨੂੰ ਹੋਣਾ ਚਾਹੀਦਾ ਔਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਯੂਥ ਹੈ ਜਿਹੜਾ ਉਹਨੂੰ ਇਹ ਸਮਝ ਹੋਣੀ ਚਾਹੀਦੀ ਆ ਕਿ ਉਹਦੇ ਰਾਈਟਸ ਕੀ ਨੇ, ਕਿਉਂਕਿ ਇਸ ਵੇਲੇ ਚੁਣਿੰਦਾ ਲੋਕਾਂ ਨੇ ਉਹ ਇੱਕ ਚਿੰਗਿਆੜੀ ਬਾਲੀ, ਇੱਕ ਮਿਸਾਲ ਬਾਲੀ ਤੇ ਉਹ ਲੋਕਾਂ ਦੇ ਵਿੱਚ ਗਈ ਔਰ ਲੋਕਾਂ ਨੂੰ ਪਤਾ ਲੱਗਿਆ ਕਿ ਸਾਡੇ ਹੱਕ ਨੇ ਔਰ ਅਸੀਂ ਆਪਣੇ ਹੱਕਾਂ ਦੇ ਵਿੱਚ ਕਿਵੇਂ ਅੱਗੇ ਵਧਣਾ, ਆਪਣੇ ਹੱਕ ਕਿਵੇਂ ਲੈਣੇ ਆ। ਪਰ ਜੇ ਅੱਜ ਦਾ ਯੂਥ ਜਾਗਰੂਕ ਹੋ ਜਾਊਗਾ ਤੇ ਅਸੀਂ ਸਮਝਦੇ ਹਾਂ ਕਿ ਪੋਲੀਟੀਸ਼ੀਅਨ ਜਿਹੜਾ ਵਾ ਉਹ ਸ਼ੋਸ਼ਣ ਨਹੀਂ ਕਰ ਸਕਣਗੇ ਲੋਕਾਂ ਦਾ, ਸਮਾਜ ਜਾਗਰੂਕ ਹੋ ਜਾਊਗਾ। ਔਰ ਸਾਡੀ ਅੱਜ ਦੀ ਗੱਲਬਾਤ ਦੇ ਵਿੱਚੋਂ ਜੇ ਅਸੀਂ ਛਿੱਟਾ ਕੱਢੀਏ ਤੇ ਇਹੀ ਨਿਕਲਦਾ ਵਾ ਕਿ ਯੂਥ ਬਿਨਾਂ ਸ਼ੱਕ ਉੱਥੇ ਬੜੇ ਇੰਟੈਲੀਜੈਂਟ ਨੇ, ਬਹੁਤ ਸੂਝਵਾਨ ਨੇ, ਪਰ ਉਹਨਾਂ ਨੂੰ ਆਪਣੀਆਂ ਬਾਕੀ ਗਤੀਵਿਧੀਆਂ, ਬਾਕੀ ਐਕਟੀਵਿਟੀਜ਼ ਦੇ ਨਾਲ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਜਿਹੜੇ ਮੌਲਿਕ ਅਧਿਕਾਰ ਕੀ ਨੇ ਔਰ ਉਹਨਾਂ ਨੂੰ ਪੜ੍ਹਨਾ ਚਾਹੀਦਾ, ਸਮਝਣਾ ਚਾਹੀਦਾ। ਔਰ ਹਿਊਮਨ ਰਾਈਟਸ, ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਿਊਮਨ ਰਾਈਟਸ, ਉਹਦੇ ਪ੍ਰਤੀ ਸੁਚੇਤ ਹੋਣਾ ਬਹੁਤ ਜ਼ਰੂਰੀ ਆ। ਪ੍ਰੋਗਰਾਮ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਔਰ ਪ੍ਰੋਗਰਾਮ ਨੂੰ ਤੁਹਾਡੇ ਜਿਹੜੇ ਸੁਝਾਅ ਆਉਂਦੇ ਨੇ ਉਹ ਬੜਾ ਵਧੀਆ ਲੱਗਦਾ ਸੁਝਾਵਾਂ 'ਤੇ।
ਸਾਡਾ YouTube ਚੈਨਲ ਆ ਪੰਜਾਬੀ #TV, ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸਾਡੇ ਪ੍ਰੋਗਰਾਮਾਂ ਦੀ ਅਪਡੇਟ ਤੁਹਾਡੇ ਤੱਕ ਸਮੇਂ-ਸਮੇਂ ਜਿਹੜੀ ਆ ਪਹੁੰਚਦੀ ਰਹੇ। ਤੇ ਸਾਡੀ ਵੈਬਸਾਈਟ ਆ www.punjabi#tv.com, ਉਹਨੂੰ ਵੀ ਜ਼ਰੂਰ ਆਪਣੇ ਚੇਤਿਆਂ ਦੇ ਵਿੱਚ ਕਰਕੇ ਰੱਖ ਲਓ ਤਾਂ ਕਿ ਤੁਹਾਡੇ ਤੱਕ ਸਾਡੀਆਂ ਜਿਹੜੇ ਨਵੇਂ ਪ੍ਰੋਗਰਾਮ ਉਹ ਪਹੁੰਚਦੇ ਰਹਿਣ। ਧੰਨਵਾਦ। ਸਤਿ ਸ੍ਰੀ ਅਕਾਲ।